ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਆ। ਸਤਿਗੁਰੂ ਸਮਝਾਉਂਦੇ ਨੇ, ਸਤਿਗੁਰੂ ਕਹਿੰਦੇ ਸਾਰੇ ਜਗਤ ਨੂੰ ਮੋਹਣ ਵਾਲੀ ਇਹ ਮਾਇਆ, ਅਸੀਂ ਇਸ ਨੂੰ ਤਿਆਗ ਦਿੱਤਾ। ਇਸ ਮਾਇਆ ਨੇ ਸਾਰੀ ਦੁਨੀਆ ਨੂੰ ਮੋਹ ਲਿਆ। ਜਗ ਮੋਹਣੀ, ਜਗ ਨੂੰ ਮੋਹਣ ਵਾਲੀ, ਹਮ ਤਿਆਗ ਗਵਾਈ। ਸਤਿਗੁਰੂ ਕਹਿੰਦੇ ਅਸੀਂ ਤਿਆਗ ਛੱਡੀ, ਅਸੀਂ ਤਿਆਗ ਦਿੱਤੀ ਹੈ। ਜਿਹਦੇ ਮਗਰ ਦੁਨੀਆ ਕਮਲੀ ਹੋਏ ਫਿਰਦੀ ਹੈ, ਜਿਹਦੇ ਮਗਰ ਲੋਕ ਮਾਰੋ ਮਾਰ ਭੱਜੇ ਫਿਰਦੇ ਨੇ, ਸਤਿਗੁਰੂ ਕਹਿੰਦੇ ਅਸੀਂ ਛੱਡ ਦਿੱਤੀ। ਮਾਇਆ ਇਹ ਐਸੀ ਸ਼ੈ ਹੈ ਕਿ ਬੰਦੇ ਦਾ ਕਬਰਾਂ ਤੱਕ ਇਹ ਖਹਿੜਾ ਨਹੀਂ ਛੱਡਦੀ। ਸਾਨੂੰ ਲੱਗਦਾ ਰਹਿੰਦਾ ਹੈ ਕਿ ਮਾਇਆ ਤਾਂ ਸਾਡੇ ਵੱਸ ਵਿੱਚ ਹੈ, ਜਦ ਕਿ ਹੁੰਦਾ ਉਲਟਾ ਹੈ, ਅਸੀਂ ਮਾਇਆ ਦੇ ਵੱਸ ਪਏ ਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਜਦੋਂ ਚਾਹੀਏ ਤਿਆਗ ਦਈਏ ਤੇ ਜਦੋਂ ਚਾਹੀਏ ਧਾਰਨ ਕਰ ਲਈਏ। ਐਸਾ ਹੈ ਨਹੀਂ। ਇਹ ਸਿਰਫ ਸਾਡੇ ਮਨ ਦੇ ਭੁਲੇਖੇ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਸਿਰਫ ਇੱਕ ਭਰਮ। ਕਿਉਂਕਿ ਅਸੀਂ ਲੋਕ ਮਾਇਆ ਸਮਝਦੇ ਕਿਹਨੂੰ ਆ? ਅਸੀਂ ਮਾਇਆ ਸਮਝਦੇ ਹਾਂ ਸਿਰਫ ਪੈਸੇ ਨੂੰ, ਬਸ। ਤੇ ਗੁਰੂ ਸਾਹਿਬ ਦਾ ਮਾਇਆ ਦਾ ਅਰਥ ਸਿਰਫ ਪੈਸਾ ਨਹੀਂ ਹੈ। ਮਾਇਆ ਸਿਰਫ ਪੈਸੇ ਨੂੰ ਨਹੀਂ ਕਹਿੰਦੇ। ਹਾਂ, ਮਾਇਆ ਪੈਸੇ ਦਾ ਇੱਕ ਰੂਪ ਹੋ ਸਕਦੀ ਹੈ, ਪਰ ਮਾਇਆ ਸਿਰਫ ਪੈਸਾ ਨਹੀਂ ਹੁੰਦੀ। ਮਾਇਆ ਦਾ ਮਤਲਬ ਹੁੰਦਾ ਹੈ ਕਿ ਜੋ ਵੀ ਚੀਜ਼ ਹਮੇਸ਼ਾ ਨਹੀਂ ਰਹਿੰਦੀ, ਉਹਨੂੰ ਮਾਇਆ ਕਹਿੰਦੇ ਨੇ। ਮਾਇਆ ਛਾਇਆ ਇਕੱਠਾ ਸ਼ਬਦ ਕਈ ਵਾਰੀ ਵਰਤਿਆ ਜਾਂਦਾ ਹੈ। ਜਿਵੇਂ ਛਾਇਆ ਹੈ, ਉਹ ਕਦੇ ਹਮੇਸ਼ਾ ਇੱਕ ਥਾਂ ਟਿਕਦੀ ਹੈ? ਬਿਲਕੁਲ ਵੀ ਨਹੀਂ। ਸਾਡਾ ਪਰਛਾਵਾਂ, ਦਰਖਤਾਂ ਦਾ ਪਰਛਾਵਾਂ, ਕੀ ਉਹ ਇੱਕ ਥਾਂ ਟਿਕਦਾ? ਬਿਲਕੁਲ ਨਹੀਂ। ਜਿਵੇਂ ਜਿਵੇਂ ਸੂਰਜ ਘੁੰਮਦਾ ਹੈ, ਉਵੇਂ ਉਵੇਂ ਉਹ ਵੀ ਘੁੰਮਦਾ ਜਾਂਦਾ ਹੈ। ਬਿਲਕੁਲ ਐਸਾ ਹੀ ਮਾਇਆ ਦਾ ਮਤਲਬ ਹੈ ਜੋ ਹਮੇਸ਼ਾ ਸਥਿਰ ਨਾ ਰਹੇ। ਮਾਇਆ ਦਾ ਮਤਲਬ ਜੋ ਹਮੇਸ਼ਾ ਇੱਕੋ ਜਿਹਾ ਨਾ ਰਹੇ। ਜਿਵੇਂ ਇਹ ਸਾਡਾ ਸਰੀਰ, ਇਹ ਵੀ ਮਾਇਆ ਹੈ, ਕਿਉਂਕਿ ਇਹ ਵੀ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਕਦੇ ਬੱਚਾ, ਕਦੇ ਜਵਾਨ, ਕਦੇ ਬੁੱਢਾ ਤੇ ਮਰ ਜਾਂਦਾ ਹੈ। ਇਹ ਵੀ ਮਾਇਆ ਹੈ। ਸਾਡਾ ਰੂਪ ਜਵਾਨੀ ਵਿੱਚ ਕੈਸਾ ਬਹੁਤ ਸੋਹਣਾ ਤੇ ਬੁਢਾਪੇ ਵਿੱਚ ਕੈਸਾ ਡਰਾਉਣਾ, ਇਹ ਮਾਇਆ ਹੈ। ਇਹ ਸੰਸਾਰ ਦੀ ਚਕਾਚੌਂਧ ਬੜੀ ਚਮਕ ਦਮਕ ਹੈ ਤੇ ਫਿਰ ਇੱਕ ਦਿਨ ਫਿੱਕੀ ਪੈ ਜਾਂਦੀ ਹੈ। ਇਸ ਲਈ ਮਾਇਆ ਦਾ ਮਤਲਬ ਜੋ ਹਮੇਸ਼ਾ ਨਹੀਂ ਰਹਿੰਦਾ, ਉਹਨੂੰ ਮਾਇਆ ਕਿਹਾ ਜਾਂਦਾ ਹੈ। ਇਸ ਲਈ ਜੋ ਵੀ ਨਜ਼ਰ ਆਉਂਦਾ ਹੈ ਸਾਡੇ ਸਮੇਤ, ਉਹ ਸਾਰਾ ਕੁਝ ਮਾਇਆ ਹੈ ਤੇ ਅਸੀਂ ਇਹਦੇ ਵਿੱਚ ਹੀ ਉਲਝੇ ਹੋਏ ਹਾਂ। ਤੇ ਇਸ ਨੇ ਹੀ ਮੋਹ ਰੱਖਿਆ ਸਭ ਨੂੰ।
चीज़ां ने, पैसे ने, दौलत शौहरत ने, रूप रंग ने, वासना ने, खाण पीण दीआं वस्तुआं ने, मोटर कारां गड्डियां ने, सब ने बंदे नूं मोह रखिया। ये सब माया का रूप है। सानू किसी का रूप भी मोह लैंदा है, सानू किसी की कार भी मोह लैंदी है, सानू किसी का घर भी मोह लैंदा है, सानू किसी की गड्डी भी मोह लैंदी है, सानू किसी की जमीन भी मोह लैंदी है, सानू किसी की नौकरी भी मोह लैंदी है। असीं लोग चीज़ां वल्लों आकर्षित हो जाते हैं, असीं चीज़ां वल्लों आकर्षित हो जाते हैं, असीं कदे विचार नहीं करते होर गल्लां दी। लोग तुसीं वेखो कि लोग किहो जी बिरती दे मालक ने। वैसे वो गोरे काले का भेद करते हैं, गोरे नूं पसंद करते हैं, काले नूं पसंद नहीं करते। पर जे काले रंग दे आदमी दे कोल बहुत पैसा है ना, फिर उन्होंने पसंद करते हैं, फिर नहीं उहदा रंग मायने रखता। क्यों? क्योंकि पैसा उहदे रंग नूं खूबसूरत कर दिंदा है, जबकि वह है तो खूबसूरत ही है। काला अपने आप दे विच भी खूबसूरत है। काले दे करके ही, डार्कनेस दे करके ही शाइन है किसी चीज़ की। काला डार्क है, ब्लैक है, बहुत गहरा है, ਉਹਦੀ गहराई करके, ਉਹਦੇ काले होने करके ही दूसरे रंग ਜਿਹੜੇ ਨੇ ਉਹ ਚਮਕਦੇ ਨੇ, ਉਹ प्रगट ਹੁੰਦੇ ਨੇ। अदरवाइज भावें लोग किसी ਨੂੰ पसंद ना करन, पर जदों पता लगता है कि ये बंदा तो ਵੱਡੇ अहुदे का मालक है, फिर लोग ਉਹਨੂੰ पसंद करते हैं। हथ भावें काला होवे, पर हथ दे विच पाई हुई डायमंड की रिंग वो आकर्षित करती है, वो मोह लैंदी। इसलिए हथ नाल कोई लेना देना नहीं। हथ विच पहनी हुई रिंग नाल मतलब है कि महंगे मिलती है। दुनिया ऐसी ही है, दुनिया ऐसी, ये संसार साडा ऐसा। मेरे पिंड विच हर बंदा ऐसा ही हुंदा है। वैसे तो हर पिंडां विच, हर शहर विच लोग जात पात विच विश्वास रखने वाले हुंदे ही ने। कौन नहीं करता? सारे लोग करते हैं जिहड़े अपने आप को कहते कहाउंदे बड़े धुरंधर के असीं बड़े धर्मी आ। जातां पातां तो वह भी मनते ही ने, जद कि इन्हां च हुंदा कुछ नहीं। वो जात पात विच बड़ा विश्वास रखते हैं। की होया, एक दफ़ा गल चल रही सी उन्हां दे लड़के दे रिश्ते दी। मैं भी उत्थे बैठा सा, लोग उन्हां दे परिवार दे कुछ होर मैंबर बैठे सन। गल चल रही सी, वो कहंदे जे तां कुड़ी मिल जाए सानू बाहर दी, अमेरिका दी होवे, कैनेडा दी होवे, इंग्लैंड दी होवे, फिर तुसी जात पात ना देखियो, फिर साडे मुंडे दा रिश्ता झटपट कर दिओ। हाँ, जे इंडिया च है इत्थे किते तां फिर असीं जरूर देखांगे जात। लोग इहो जिहे ने। अदरवाइज वो जात पात विच यकीन करते हैं, पर जदों गल आई माया दी, उदों कहंदे छड्डो परां जी, जातां पातां च की हुंदा है। वैसे लोग गोरे काले विच भेद करते हैं, पर जदों गल आई माया दी कि को पैसा बोला, छड्डो जी, गोरे काले तो रंग दे रंग ने, परमात्मा दे रंग ने। ये दुनिया ऐसी है, ये संसार साडा ऐसा है। यही माया है जिहड़ी बंदे नूं मोही बैठी है, जिहदे विच असीं जाने अणजाने विच फसे हुए हैं, उलझे हुए हैं, सानूं पता ही नहीं। सतगुरु समझाउंदे, सतगुरु कहंदे जद तक इस दा त्याग नहीं ना करदा, उदों तक गल बनदी नहीं। त्याग करन दा मतलब ये नहीं है कि उहनूं छड्ड दिओ। त्याग करन दा मतलब सिर्फ इन्ना है कि मन विच उहदी पकड़ ना रहे, बस इन्ना क काम है। शरीर चों त्यागना बहुत सौखा काम है, कोई औखा काम नहीं है। बड़े बड़े लोग इस दुनिया विच होए ने
ਜਿਨ੍ਹਾਂ ਨੇ ਸਰੀਰ ਨਾਲੋਂ ਮਾਇਆ ਦਾ ਸੰਬੰਧ ਤੋੜ ਲਿਆ। ਪਤਨੀ ਨੂੰ ਛੱਡ ਦਿੱਤਾ, ਬੱਚਿਆਂ ਨੂੰ ਛੱਡ ਦਿੱਤਾ, ਕਿ ਜੀ ਪਰਿਵਾਰ ਨਾਲੋਂ ਮੋਹ ਨਾਲੋਂ ਸੰਬੰਧ ਤੋੜ ਲਿਆ। ਪਰਿਵਾਰ ਨਾਲੋਂ ਸੰਬੰਧ ਟੁੱਟਾ, ਪਰ ਮੋਹ ਨਾਲੋਂ ਥੋੜ੍ਹੀ ਨਾ ਟੁੱਟਾ। ਬੱਚਿਆਂ ਦਾ ਮੋਹ ਤਾਂ ਉਵੇਂ ਹੀ ਹੈ, ਬੈਠਾ ਬੇਸ਼ੱਕ ਜੰਗਲ ਵਿੱਚ ਹੈ, ਪਰ ਦਿਮਾਗ ਵਿੱਚ ਤਾਂ ਬੱਚੇ ਹੀ ਚੱਲਦੇ ਨੇ। ਦਿਮਾਗ ਵਿੱਚ ਤੇ ਪਤਨੀ ਘੁੰਮਦੀ ਬਾਰ-ਬਾਰ। ਇਸ ਲਈ ਤੁਸੀਂ ਬਹੁਤ ਸਾਰੇ ਐਸੇ ਸਾਧੂਆਂ ਦੀਆਂ, ਤਪੱਸਵੀਆਂ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਉਹਨਾਂ ਨੂੰ ਮੋਹਣੀਆਂ ਆ ਕੇ ਉਹਨਾਂ ਦੀ ਤਪੱਸਿਆ ਭੰਗ ਕਰਦੀਆਂ। ਕੋਈ ਮੋਹਣੀ ਕਿਸੇ ਦੀ ਤਪੱਸਿਆ ਭੰਗ ਕਰਨ ਨਹੀਂ ਆਉਂਦੀ, ਕੋਈ ਨਹੀਂ ਆਈ ਅੱਜ ਤੱਕ। ਕੌਣ ਆਉਂਦਾ ਫਿਰ ਭੰਗ ਕਰਨ? ਬੰਦੇ ਦੇ ਮਨ ਦੀ ਵਾਸਨਾ। ਕਿਹੜੀ ਅਫਸਰਾ ਕਿਸੇ ਨੇ ਦੇਖੀ ਹੈ ਸਵਰਗ ਤੋਂ ਉਤਰਦੀ ਕਿ ਇੰਦਰ ਨੇ ਭੇਜਿਆ ਕਿ ਜਾਓ ਉਹਦੀ ਤਪੱਸਿਆ ਭੰਗ ਕਰਕੇ ਆਓ? ਅਸੀਂ ਕਿੱਡੇ ਕੁ ਵੱਡੇ ਤਪੱਸਵੀ ਹਾਂ, ਰੋਜ਼ ਸਿਮਰਨ ਕਰਦੇ ਹਾਂ, ਰੋਜ਼ ਗੁਟਕਾ ਫੜਦੇ ਹਾਂ, ਸਾਡੇ ਮਨ ਵਿੱਚ ਵੀ ਤਾਂ ਖਿਆਲ ਆਉਂਦੇ ਨੇ ਚੰਗੇ ਮੰਦੇ। ਇਸੇ ਨੂੰ ਕਹਿੰਦੇ ਨੇ ਮੋਹਣੀਆਂ, ਕਿਉਂਕਿ ਜਿਸ ਚੀਜ਼ ਦੀ ਸਾਡੇ ਮਨ ਵਿੱਚ ਵਾਸਨਾ ਹੋਵੇ ਨਾ, ਉਹੀ ਚੀਜ਼ ਦੇ ਸਾਡੇ ਮਨ ਵਿੱਚ ਫੁਰਨੇ ਆਉਂਦੇ ਨੇ, ਖਿਆਲ ਆਉਂਦੇ ਨੇ। ਜਿਸ ਚੀਜ਼ ਤੋਂ ਅਸੀਂ ਦੂਰ ਹੋ ਜਾਈਏ, ਤੁਸੀਂ ਆਪਣੇ ਬੱਚਿਆਂ ਤੋਂ ਦੂਰ ਹੋ ਜਾਓ, ਵਿਦੇਸ਼ ਚਲੇ ਜਾਓ, ਅਮਰੀਕਾ ਕੈਨੇਡਾ ਚਲੇ ਜਾਓ, ਤੁਹਾਨੂੰ ਕੰਮ ਧੰਦੇ ਕਰਦਿਆਂ ਆਪਣੇ ਬੱਚਿਆਂ ਦੇ ਖਿਆਲ ਆਈ ਜਾਣਗੇ, ਆਪਣੀ ਪਤਨੀ ਦੇ ਖਿਆਲ ਆਈ ਜਾਣਗੇ ਕਿ ਉਹ ਇੰਡੀਆ 'ਚ ਬੈਠੀ ਹੈ, ਮੈਂ ਇੱਥੇ ਬੈਠਾ। ਇਸ ਲਈ ਜਿਹੜੀ ਚੀਜ਼ ਤੋਂ ਸਾਡਾ ਸਰੀਰ ਦੂਰ ਹੁੰਦਾ ਹੈ, ਸਾਡਾ ਮਨ ਉਸ ਚੀਜ਼ ਬਾਰੇ ਸੋਚਣ ਲੱਗ ਜਾਂਦਾ ਹੈ, ਉਹਦੇ ਫੁਰਨੇ ਪੈਦਾ ਕਰਨ ਲੱਗ ਜਾਂਦਾ ਹੈ। ਬਸ ਇਸੇ ਨੂੰ ਕਿਹਾ ਜਾਂਦਾ ਹੈ ਕਿ ਜੀ ਮੋਹਣੀਆਂ ਆ ਕੇ ਤਪੱਸਿਆ ਭੰਗ ਕਰਦੀਆਂ। ਹੋਰ ਕੋਈ ਮੋਹਣੀ ਨਹੀਂ ਆਉਂਦੀ ਦਿਮਾਗ ਕਿਸੇ ਦੀ ਤਪੱਸਿਆ ਭੰਗ ਕਰਨ। ਸਤਿਗੁਰੂ ਕਹਿੰਦੇ ਜਗ ਮੋਹਣੀ, ਜਗ ਨੂੰ ਮੋਹਣ ਵਾਲੀ ਮਾਇਆ, ਇਸ ਨੂੰ ਤਿਆਗਣਾ। ਇਸ ਲਈ ਪਰਿਵਾਰ ਨੂੰ ਤਿਆਗਣਾ ਕੋਈ ਔਖਾ ਕੰਮ ਨਹੀਂ ਹੁੰਦਾ। ਪਤਨੀ ਦਾ ਤਿਆਗ ਕਰ ਦੇਣਾ, ਬੱਚਿਆਂ ਦਾ ਤਿਆਗ ਕਰ ਦੇਣਾ ਕੋਈ ਔਖਾ ਕੰਮ ਨਹੀਂ ਹੈ। ਪੈਸੇ ਦਾ ਤਿਆਗ ਕਰ ਦੇਣਾ ਕੋਈ ਔਖਾ ਕੰਮ ਨਹੀਂ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇਹ ਕੁਝ ਕਰ ਰਹੇ ਨੇ। ਇੱਥੇ ਰਾਜਪੁਰੇ ਦੇ ਕੋਲ ਇੱਕ ਛੋਟਾ ਜਿਹਾ ਆਸ਼ਰਮ ਬਣਿਆ, ਤੁਸੀਂ ਹੋ ਸਕਦਾ ਉਹਦੀ ਵੀਡੀਓ ਵਗੈਰਾ ਵੇਖੀ ਹੋਵੇ। ਉੱਥੇ ਕੁਝ ਨੌਜਵਾਨ ਨੇ, ਉਹ ਸਾਧਨਾ ਕਰਨ ਵਿੱਚ ਲੱਗੇ ਹੋਏ ਨੇ, ਸਭ ਕੁਝ ਛੱਡ ਛਡਾ ਕੇ ਆ ਗਏ। ਉੱਥੇ ਨਾ ਬਿਜਲੀ ਹੈ, ਨਾ ਮੋਬਾਈਲ ਫੋਨ ਹੈ, ਨਾ ਕੁਝ ਹੋਰ ਸਾਧਨਾਵਾਂ ਨੇ, ਕੁਛ ਨਹੀਂ ਹੋਰ ਚੀਜ਼ਾਂ। ਆ ਸੁੱਖ ਸਹੂਲਤਾਂ ਜੋ ਵੀ ਆਪਾਂ ਲੈਣੇ ਨਾ, ਕੋਈ ਪੱਖਾ ਨਹੀਂ, ਕੋਈ ਬਿਜਲੀ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕੋਈ ਮੋਬਾਈਲ ਫੋਨ ਨਹੀਂ, ਕੁਛ ਨਹੀਂ। ਉਹਨਾਂ ਨੇ ਸਭ ਚੀਜ਼ਾਂ ਛੱਡ ਦਿੱਤੀਆਂ ਤੇ ਉੱਥੇ ਬੈਠ ਗਏ ਨੇ ਆ ਕੇ। ਤੇ ਇਹ ਨਹੀਂ ਕੋਈ ਉਹ ਆਮ ਬੱਚੇ ਨੇ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਉਹ ਸਭ ਕੁਝ ਛੱਡ ਛਡਾ ਕੇ ਉੱਥੇ ਆ ਕੇ ਤਪੱਸਿਆ ਕਰਨ ਲੱਗ ਪਏ। ਤੇ ਜਦੋਂ ਤੁਸੀਂ ਦੇਖੋਗੇ ਕਿ ਇਹ ਤਾਂ ਬੜੇ ਵੱਡੇ ਬੰਦੇ ਨੇ ਕਿ ਸਭ ਕੁਝ ਛੱਡ ਛਡਾ ਕੇ ਆ ਗਏ। ਮੋਬਾਈਲ ਤੋਂ ਬਿਨਾਂ ਤਾਂ ਬੰਦਾ ਰਹਿ ਨਹੀਂ ਸਕਦਾ। ਚਲੋ ਮੋਬਾਈਲ ਦੀ ਗੱਲ ਛੱਡੋ, ਬਿਜਲੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਲੋਕ ਕਿਵੇਂ ਬਿਜਲੀ ਤੋਂ ਬਿਨਾਂ ਰਹੀ ਜਾਂਦੇ ਨੇ? ਦੇਖਣ ਨੂੰ ਤੁਸੀਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਓਗੇ, ਆਕਰਸ਼ਿਤ ਹੋ ਜਾਓਗੇ। ਚੀਜ਼ਾਂ ਦਾ ਤਿਆਗ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੁੰਦਾ। ਸੁੱਖ ਸਹੂਲਤਾਂ ਦਾ ਤਿਆਗ ਕਰਨਾ ਕੋਈ ਔਖਾ ਕੰਮ ਨਹੀਂ ਹੁੰਦਾ। ਮਨ ਵਿੱਚੋਂ ਉਹਨਾਂ ਦਾ ਤਿਆਗ ਕਰਨਾ ਬਹੁਤ ਔਖਾ ਹੁੰਦਾ ਹੈ। ਮੋਬਾਈਲ ਫੋਨ ਦਾ ਯੂਜ਼ ਨਾ ਕਰਦਾ ਹੋਵੇ ਕੋਈ, ਪਰ ਮਨ ਤਾਂ ਹਰ ਵੇਲੇ ਕਿਤੇ ਨਾ ਕਿਤੇ ਕਾਲ ਲਾ ਕੇ ਬੈਠਾ ਹੀ ਰਹਿੰਦਾ ਹੈ। ਮੋਬਾਈਲ ਫੋਨ ਰਾਹੀਂ ਵੀਡੀਓ ਕਾਲ ਨਾ ਕਰ ਸਕਦਾ ਹੋਵੇ ਕੋਈ ਆਦਮੀ, ਪਰ ਮਨ ਦੇ ਜਿਹੜੇ ਵਿਜ਼ੂਅਲ ਨੇ, ਮਨ ਇੱਥੇ ਬੈਠਾ ਤਸਵੀਰਾਂ ਆਪਣੇ ਸਾਹਮਣੇ ਲੈ ਆਉਂਦਾ। ਮਨ ਬੈਠਾ ਬੈਠਾ ਸੋਚਦਾ ਕਿ ਮੇਰਾ ਪੁੱਤ ਹੁਣ ਕੰਮ ਤੇ ਚਲਾ ਗਿਆ ਹੋਣਾ, ਹੁਣ ਉਹਨੇ ਰੋਟੀ ਖਾ ਲਈ ਹੋਣੀ ਹੈ, ਹੁਣ ਉਹ ਆ ਗਿਆ ਹੋਣਾ ਕੰਮ ਤੋਂ। ਬੈਠਾ ਬੈਠਾ ਸੋਚ ਲੈਂਦਾ। ਪੁੱਤ ਬੈਠਾ ਕੈਨੇਡਾ, ਅਸੀਂ ਇੱਥੇ ਇੰਡੀਆ ਬੈਠੇ ਹਾਂ। ਅਸੀਂ ਬਿਨਾਂ ਫੋਨ ਤੋਂ, ਬਿਨਾਂ ਕਿਸੇ ਵੀਡੀਓ ਕਾਲ ਤੋਂ ਇਮੈਜੀਨੇਸ਼ਨ ਆਪਣੇ ਦਿਮਾਗ ਵਿੱਚ ਤਸਵੀਰਾਂ ਲੈ ਆਉਂਦੇ ਹਾਂ। ਇਸ ਲਈ ਮੋਬਾਈਲ ਤਿਆਗ ਦੇਣਾ, ਚੀਜ਼ਾਂ ਤਿਆਗ ਦੇਣੀਆਂ, ਬਿਜਲੀ ਸੁੱਖ ਸਹੂਲਤਾਂ ਤਿਆਗ ਦੇਣੀਆਂ, ਇਹਨਾਂ ਦਾ ਮਤਲਬ ਇਹ ਨਹੀਂ ਹੈ ਕਿ ਮਾਇਆ ਤਿਆਗੀ ਗਈ।
मन तो ਉਹੀ ਕੁਝ ਕਰ ਰਿਹਾ ਹੈ, मन तो ਉੱਥੇ ਹੀ ਹੈ ਨਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਕਹਿੰਦੇ ਮਾਇਆ ਤਿਆਗਣੀ ਹੈ, ਨਾ ਕਿ ਚੀਜ਼ਾਂ। ਚੀਜ਼ਾਂ ਨਹੀਂ, ਪੈਸਾ ਨਹੀਂ ਤਿਆਗਣਾ, ਪੈਸੇ ਦਾ ਲੋਭ ਤਿਆਗਣਾ। ਪਰਿਵਾਰ ਨੂੰ ਨਹੀਂ ਤਿਆਗਣਾ, ਪਰਿਵਾਰ ਦਾ ਮੋਹ ਤਿਆਗਣਾ। ਘਰ-ਬਾਰ ਨੂੰ ਨਹੀਂ ਤਿਆਗਣਾ, ਘਰ-ਬਾਰ ਦੇ ਨਾਲ ਜੋ ਮੈਂ ਤੇ ਮੇਰੇ ਦਾ ਸੰਬੰਧ ਹੈ ਉਸ ਸੰਬੰਧ ਨੂੰ ਤਿਆਗਣਾ। ਫਿਰ ਗੱਲ ਬਣਦੀ। ਸਤਿਗੁਰੂ ਕਹਿੰਦੇ ਜਗ ਮੋਹਣੀ ਹਮ ਤਿਆਗ ਗਵਾਈ। ਜਗ ਨੂੰ ਮੋਹਣ ਵਾਲੀ ਮਾਇਆ ਅਸੀਂ ਤਿਆਗ ਛੱਡੀ, ਹਮ ਤਿਆਗ ਦਿੱਤੀ। ਸਤਿਗੁਰੂ ਕਹਿੰਦੇ ਤੇ ਜਦੋਂ ਤਿਆਗੀ ਨਿਰਗੁਣ ਮਿਲਿਓ ਵੱਜੀ ਵਧਾਈ। ਉਹ ਨਿਰਗੁਣ ਪਰਮੇਸ਼ਰ, ਮਾਇਆ ਦੇ ਸਭ ਗੁਣਾਂ ਤੋਂ ਰਹਿਤ ਪਰਮੇਸ਼ਰ ਮਿਲ ਪਿਆ ਤੇ ਮਨ ਵਿੱਚ ਵਧਾਈਆਂ ਵੱਜੀਆਂ। ਮਨ ਵਿੱਚ ਆਨੰਦ ਹੈ, ਮਨ ਵਿੱਚ ਆਨੰਦ, ਆਨੰਦ ਹੀ ਆਨੰਦ, ਵਧਾਈ ਹੀ ਵਧਾਈ ਹੈ ਹਰ ਵੇਲੇ। ਕਿਉਂਕਿ ਹੁਣ ਉਹ ਮਿਲ ਗਿਆ ਕੁਛ। ਧਰਮ ਦੀ ਦੁਨੀਆ ਐਸੀ ਹੈ, ਸੰਸਾਰ ਐਸਾ ਹੈ ਕਿ ਇੱਥੇ ਕੁਛ ਮਿਲੇ ਤੇ ਬੰਦੇ ਨੂੰ ਖੁਸ਼ੀ ਮਿਲਦੀ। ਸਾਨੂੰ ਕੁਝ ਹਾਸਲ ਹੋਵੇ ਨਾ ਤਾਂ ਅਸੀਂ ਖੁਸ਼ ਹੁੰਦੇ ਹਾਂ। ਸਾਡਾ ਸਮਾਜ ਜਾਂ ਸਾਡੀ ਬਿਰਤੀ ਐਸੀ ਬਣ ਗਈ ਹੈ ਕਿ ਜੇ ਸਾਨੂੰ ਕੁਝ ਮਿਲੇ ਨਾ ਅਸੀਂ ਖੁਸ਼ ਨਹੀਂ ਹੁੰਦੇ। ਅੱਜ ਦੇ ਸਮੇਂ ਵਿੱਚ ਸਾਡੀ ਖੁਸ਼ੀ ਕਿਸੇ ਚੀਜ਼ ਦੇ ਮਿਲਣ ਉੱਤੇ ਨਿਰਭਰ ਕਰਦੀ ਹੈ ਕਿ ਫਲਾਣੀ ਚੀਜ਼ ਮੈਨੂੰ ਮਿਲੇਗੀ ਤਾਂ ਮੈਂ ਫਿਰ ਖੁਸ਼ ਹੋਵਾਂ। ਹੁਣ ਨਾ ਉਹ ਚੀਜ਼ ਮਿਲੇ ਤੇ ਨਾ ਖੁਸ਼ ਹੋਈਏ, ਨਾ ਸੁੱਖ ਮਿਲੇ। ਅਸੀਂ ਚੀਜ਼ਾਂ ਨਾਲ ਜੋੜ ਲਿਆ ਖੁਦ ਨੂੰ। ਭਗਤ ਉਹ ਕੁਛ ਮਿਲਣ ਤੇ ਖੁਸ਼ ਨਹੀਂ ਹੁੰਦਾ, ਉਹਨੇ ਤਿਆਗ ਦਿੱਤਾ। ਉਹਨੇ ਤਿਆਗ ਦਿੱਤਾ ਮੋਹ, ਉਹਨੇ ਤਿਆਗ ਦਿੱਤਾ ਲੋਭ, ਉਹਨੇ ਤਿਆਗ ਦਿੱਤਾ ਹੰਕਾਰ, ਉਹਨੇ ਤਿਆਗ ਦਿੱਤੀ ਮੈਂ, ਉਸਨੇ ਤਿਆਗ ਦਿੱਤਾ ਕਾਮ। ਛੱਡਿਆ ਤੇ ਕੁਛ ਮਿਲਿਆ। ਛੱਡਣ ਤੇ, ਪਕੜਨ ਤੇ ਨਹੀਂ, ਛੱਡਣ ਤੇ ਮਿਲਦਾ। ਅਸੀਂ ਸਾਡਾ ਜ਼ੋਰ ਪਕੜਨ ਉੱਤੇ ਹੈ, ਸਾਡਾ ਫੋਕਸ ਪਕੜਨ ਤੇ ਹੈ ਕਿ ਆ ਵੀ ਚੀਜ਼ ਫੜ ਲਵਾਂ, ਆ ਵੀ ਮਿਲ ਜਾਏ, ਆ ਵੀ ਮਿਲ ਜਾਏ, ਆ ਵੀ ਮਿਲ ਜਾਏ। ਹੁਣ ਸਾਡੀਆਂ ਤੁਸੀਂ ਜਰਾ ਸੋਚ ਕੇ ਵੇਖੋ ਕਿ ਸਾਡੇ ਦੋ ਹੀ ਹੱਥ ਨੇ ਤੇ ਦੋ ਹੱਥਾਂ ਨਾਲ ਅਸੀਂ ਕਿੰਨਾ ਕੁ ਸਮਾਨ, ਕਿੰਨੀਆਂ ਕੁ ਚੀਜ਼ਾਂ ਪਕੜ ਸਕਦੇ ਹਾਂ। ਹੱਥਾਂ ਨਾਲ ਤਾਂ ਥੋੜੀਆਂ ਚੀਜ਼ਾਂ ਪਕੜੀਆਂ ਜਾ ਸਕਦੀਆਂ, ਪਰ ਮਨ ਨੇ ਬਹੁਤ ਕੁਝ ਪਕੜਿਆ ਹੋਇਆ। ਮਨ ਨੇ ਬਹੁਤ ਹੀ ਜੱਫੇ ਪਾਏ ਹੋਏ ਨੇ। ਮਨ ਤਾਂ ਆਕਟੋਪਸ ਵਰਗਾ ਹੈ ਕਿ ਜਿਹਦੀਆਂ ਬਹੁਤ ਸਾਰੀਆਂ ਬਾਹਾਂ ਨੇ, ਕਿ ਸਾਰੀਆਂ ਚੀਜ਼ਾਂ ਨੂੰ ਜੱਫੇ ਪਾਈ ਬੈਠਾ ਹੈ। ਇਸ ਲਈ ਸਤਿਗੁਰੂ ਕਹਿੰਦੇ ਇਸ ਮਾਇਆ ਦੇ ਝਮੇਲੇ ਤੋਂ ਮੁਕਤ ਹੋ। ਤਿਆਗ ਦੇ ਕੇ ਸੁੱਖ ਮਿਲਦਾ। ਤੁਸੀਂ ਕਿਸੇ ਨੂੰ ਕੁਛ ਦੇਵੋ ਤਾਂ ਤੁਸੀਂ ਦੇਖ ਕੇ ਦੇਖੋਗੇ ਕਿ ਬੜਾ ਆਨੰਦ ਜਿਹਾ ਮਹਿਸੂਸ ਹੋਇਆ, ਬੜਾ ਹਲਕਾਪਨ, ਜਿਵੇਂ ਕੋਈ ਬੋਝ ਲੱਥਾ ਹੋਵੇ ਸਿਰ ਤੋਂ। ਦੇਣ ਵਿੱਚ ਬੜਾ ਸੁੱਖ ਹੈ। ਦਾਨ ਦੀ ਪ੍ਰਕਿਰਿਆ ਸ਼ਾਇਦ ਧਰਮ ਨੇ ਇਸੇ ਕਰਕੇ ਸ਼ੁਰੂ ਕੀਤੀ ਕਿ ਬੰਦਾ ਕੁਛ ਦੇਵੇਗਾ ਤਾਂ ਇਹ ਰੱਜਿਆ ਹੋਇਆ ਮਹਿਸੂਸ ਕਰੇਗਾ। ਜਦੋਂ ਅਸੀਂ ਮੰਗਦੇ ਹਾਂ ਤਾਂ ਉਦੋਂ ਅਸੀਂ ਭੁੱਖੇ ਮਹਿਸੂਸ ਕਰਦੇ ਹਾਂ ਖੁਦ ਨੂੰ। ਹੱਥ ਅੱਡਣ ਅਤੇ ਹੱਥ ਨਾਲ ਦੇਣ ਵਿੱਚ ਫਰਕ ਹੁੰਦਾ ਬਹੁਤ। ਦੇਣ ਵਾਲਾ ਵੱਡਾ ਹੋ ਜਾਂਦਾ ਹੈ ਤੇ ਲੈਣ ਵਾਲਾ ਹਮੇਸ਼ਾ ਛੋਟਾ। ਲੈਣ ਵਾਲੇ ਨੂੰ ਹੱਥ ਅੱਡਣੇ ਪੈਂਦੇ ਨੇ, ਮਿਹਨਤ ਕਰਨੀ ਪੈਂਦੀ, ਤਰਲਾ ਕਰਨਾ ਪੈਂਦਾ, ਅਰਜ਼ ਕਰਨੀ ਪੈਂਦੀ, ਬੇਨਤੀ। ਦੇਣ ਵਾਲੇ ਨੂੰ ਅਰਜ਼ ਨਹੀਂ ਕਰਨੀ ਪੈਂਦੀ, ਦੇਣ ਵਾਲੇ ਨੇ ਤੇ ਦੇਣਾ ਹੈ। ਇਸ ਲਈ ਦੇਣ ਨਾਲ ਕੋਈ ਬੰਦਾ ਵੱਡਾ ਬਣਦਾ ਹੈ। ਵੱਡਾ ਇਸ ਗੱਲ ਨਾਲ ਨਹੀਂ ਬਣਦਾ ਕਿ ਬਹੁਤ ਪੈਸਾ ਹੈ ਬੰਦੇ ਦੇ ਕੋਲ। ਪੈਸਾ ਤਾਂ ਬਹੁਤ ਹੈ ਪਰ ਰੁਪਈਆ ਦਾਨ ਕਰਕੇ ਰਾਜੀ ਨਹੀਂ। ਵੱਡਾ ਬੰਦਾ ਦੇਣ ਨਾਲ ਬਣਦਾ ਹੈ। ਕੋਈ ਆਦਮੀ ਕਰੋੜਾਪਤੀ ਹੈ
पर चीज़ खरीद के नहीं कोई राजी, ना अपने बच्चे ਨੂੰ कुछ लैके दिंदा है, ना आप कुछ लैंदा है, ना अपनी पत्नी ਨੂੰ कुछ लैके दिंदा है, कुछ भी नहीं। पैसा बहुत है ते कमाई जा रहा रोज़। बंदे दी अमीरी पैसे ਨੂੰ खर्चण तो पता लगती है, ना कि उन्होंने सांभण तो। कि पैसा बहुत है पर बड़ी दलिद्रता दे विच, बड़े दुख विच जीवन जी रहा, बड़ी कंगालता दे विच, उस अमीरी का की करोगे? वो अमीरी जिहड़ी 2 वक्त की रोटी ना दे सके, कादी अमीरी? वो कादी अमीरी जिहड़ी ढंग दा कपड़ा ना दे सके, कादी अमीरी जिहड़ी अपने बच्चे नूं खुशी ना दे सके। इसलिए अमीरी पैसा जोड़न विच नहीं हुंदी, अमीरी दा पता पैसा देण विच जां खर्चण विच लगदा है। खर्चण विच लगदा है। कोई बंदा तुहाडे घर नाल दे घर विच रहिंदा होवे, बहुत उहदे कोल पैसा होवे, वो ना कोई चीज़ खरीदे ते ना तुहानूं पता लगे कि अमीर आदमी है। उन्हें गड्डी लई तां तुहानूं पता लग्या पैसा आ गया इहदे कोल, ना गड्डी लैंदा तुहानूं कित्थों पता लगना सी? तां ही पता लग्या ना कि इहदे कोल पैसा आ गया, उन्हें बहुत बड़ा घर बना लिया, पैसा आ गया। इसलिए पैसे नूं खर्चण ते पता लगदा है कि अमीरी है, देण नाल साडा पता लगदा है। इसलिए अमीर दा मतलब बहुत पैसा होना नहीं है। देण नाल असीं वड्डे हो जांदे आ, दान करन नाल असीं वड्डे हो जांदे आ, असीं उच्चे हो जांदे आ। इस करके सतगुरु कहंदे जदों बंदा इस दा त्याग करदा है ना माया दा, तदों उस वड्डे नाल मेल हो जांदा है, तदों उस निर्गुण नाल सांझ पैंदी है, तां मन विच आनंद उठदा है। उस वाहिगुरू नूं मिलिया ही आनंद उठदा है साडे मन विच, उस परमेश्वर नूं मिलिया। इस करके सतगुरु कहंदे निर्गुण मिलियो वजी वधाई। वो निर्गुण परमेश्वर मिलिया तां मन विच वधाइयां ही वधाइयां हो गईयां। इनस्यों प्रीत करी कनेरी। सतगुरु कहंदे बंदे ने माया नाल बहुत गहरी प्रीत पाई है। बंदे दी बड़ी गहरी प्रीत है माया नाल, बड़ा प्रेम है। बंदा चीज़ां दी परवाह बहुत ज़्यादा करदा है। उन्नी लोग अपने रिश्तियां दी परवाह नहीं करते जिन्नी चीज़ां दी परवाह करते हैं। अपने साक संबंधां दी परवाह उन्नी नहीं करते जिन्नी माया दी परवाह करते हैं। इसलिए जे भैन भाई नाल बिगड़दी भी होवे तां लोग कहंदे ने कोई गल नहीं बिगड़ जावे, पर पैसा नहीं जाना चाहिए, जमीन का टुकड़ा नहीं जाना चाहिए, वध ना चल जाए उधर, बेशक बिगड़दी तां बिगड़ जाए। सतगुरु कहंदे माया नाल बड़ी कनेरी प्रीत है। इनस्यों प्रीत करी कनेरी जो मिली है तो वधे वधेरी। जिवें जिवें बंदे नूं माया मिलदी जांदी उवें उवें बंदे दा माया नाल मोह होर वधदा जांदा है, उवें उवें वधदा जांदा है। जे ना मिले तो बंदे नूं लगन लग जांदा माया तां झूठ है, ये तो झूठी है माया। पर जे मिलदी रवे फिर बंदे का हंकार बढ़ता जाता है, इसदा मोह होर बढ़ता जाता है, इसदा लोभ होर बढ़ता जाता है। पर जे ना मिले, घाटा पै जावे, जो सोचा वो ना होवे, तो फिर दुखी होने लग जाता है। वो कहता संसार झूठ है, इत्थे तो कुछ भी नहीं है। इसलिए ख्याल रखना कि जरूरी नहीं है कि बंदा इस तरह दीयां गल्लां करन लग पिया कि संसार तो झूठ है, ये तो सुपना है, तो वो धार्मिक हो गया। जरूरी नहीं है कि इन्हां गल्लां नूं करन वाला आदमी धार्मिक ही होवे। वो इस करके भी गल्लां ऐसियां कर सकदा है क्योंकि उहनूं मिल नहीं रहा ते दूसरिਆਂ नूं मिल रहा है। बहुत बारी ऐसा हुंदा है कि लोग वो कहण लग जांदे ने जी ये तां एवें बेकार चीज़ां ने, इन्हां विच कुछ नहीं पिया। वो कहते हैं जी ये तो जी कुछ नहीं, ये तो लोग एवं कमले हुए फिरते हैं अजकल फैशन के पट्टे हुए। क्यों? क्योंकि आप तो हो नहीं रहा, आप को वो चीज़ खरीदी नहीं जा रही, इस करके दूसरिਆਂ ਨੂੰ निंदण लग पिया।
ਮਾਇਆ ਨੂੰ ਨਿੰਦਣ ਲੱਗ ਪਿਆ, ਮਾਇਆ ਤਾਂ ਝੂਠੀ ਹੈ। ਪਰ ਜਿਸ ਦਿਨ ਆਪ ਨੂੰ ਮਿਲ ਜਾਏਗੀ ਫਿਰ ਨਹੀਂ ਉਹ ਕਹੇਗਾ ਕਿ ਮਾਇਆ ਮਿੱਟੀ ਹੁੰਦੀ ਹੈ, ਫਿਰ ਨਹੀਂ ਕਹੇਗਾ ਉਹ। ਇਸ ਲਈ ਇਸ ਗੱਲ ਦਾ ਖਿਆਲ ਰੱਖਣਾ ਕਿ ਗੱਲਾਂ ਨਾਲ ਕਦੇ ਕੋਈ ਆਦਮੀ ਧਾਰਮਿਕ ਜਾਂ ਅਧਾਰਮਿਕ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਜਿਵੇਂ ਜਿਵੇਂ ਮਾਇਆ ਮਿਲਦੀ ਜਾਂਦੀ ਹੈ ਉਵੇਂ ਉਵੇਂ ਬੰਦੇ ਦੇ ਅੰਦਰ ਮਾਇਆ ਦਾ ਮੋਹ ਹੋਰ ਵੱਧਦਾ ਜਾਂਦਾ ਹੈ। ਗਲ ਚੰਬੜੀ ਜੋ ਛੋਡੇ ਨਾਹੀ, ਜਿਹਦੇ ਗਲ ਚੰਬੜ ਜਾਂਦੀ ਇਹ ਮਾਇਆ, ਸਤਿਗੁਰੂ ਕਹਿੰਦੇ ਉਹਨੂੰ ਛੱਡਦੀ ਨਹੀਂ। ਗਲ ਚੰਬੜੀ ਜੋ ਛੋਡੇ ਨਾਹੀ, ਇਹ ਛੱਡਦੀ ਨਹੀਂ ਬੰਦੇ ਨੂੰ, ਕਬਰਾਂ ਤੱਕ ਨਹੀਂ ਛੱਡਦੀ ਹੈ ਬੰਦੇ ਨੂੰ। ਬੰਦਾ ਮਰਨ ਕਿਨਾਰੇ ਵੀ ਪਿਆ ਤਾਂ ਉਹ ਮਾਇਆ ਦੀਆਂ ਗੱਲਾਂ ਹੀ ਕਰਦਾ ਹੈ। ਮਰਨ ਕਿਨਾਰੇ ਵੀ ਪਿਆ ਉਹ ਧੀਆਂ ਪੁੱਤਾਂ ਨੂੰ ਹੀ ਬੁਲਾਉਂਦਾ ਹੈ। ਮਰਨ ਕਿਨਾਰੇ ਵੀ ਪਿਆ ਉਹ ਆਪਣੀ ਦੁਕਾਨ ਆਪਣੇ ਕਾਰੋਬਾਰ ਬਾਰੇ ਸੋਚੀ ਜਾਂਦਾ ਹੈ। ਉਹ ਦੱਸਣ ਲੱਗ ਪੈਂਦਾ ਹੈ ਕਿ ਫਲਾਣਾ ਕੰਮ ਮੇਰਾ ਉਹ ਰਹਿ ਗਿਆ ਸੀ। ਧੀਆਂ ਪੁੱਤਾਂ ਨੂੰ ਜ਼ਿੰਮੇਵਾਰੀਆਂ ਦੇਣ ਲੱਗ ਜਾਂਦਾ ਹੈ ਕਿਉਂਕਿ ਉਹਦੇ ਕੋਲ ਨਹੀਂ ਹੋ ਸਕਿਆ। ਉਹ ਕਹਿੰਦਾ ਹੁਣ ਤੁਸੀਂ ਕਰ ਲਿਓ। ਉਹਨੇ ਕੋਈ ਚੋਰੀ ਘਰਦਿਆਂ ਨੂੰ ਬਿਨਾਂ ਦੱਸਿਆ ਕੋਈ ਚੀਜ਼ ਖਰੀਦ ਰੱਖੀ ਸੀ, ਕੋਈ ਪਲਾਟ ਖਰੀਦ ਰੱਖਿਆ ਸੀ, ਹੁਣ ਉਹ ਦੱਸਣ ਲੱਗ ਜਾਂਦਾ ਕਿ ਫਲਾਣੀ ਥਾਂ ਮੈਂ ਪਲਾਟ ਖਰੀਦਿਆ ਹੋਇਆ, ਫਲਾਣੀ ਥਾਂ ਮੈਂ ਉਹ ਚੀਜ਼ ਖਰੀਦ ਰੱਖੀ ਹੈ, ਫਲਾਣੇ ਲੋਕਰ ਵਿੱਚ ਇੰਨੇ ਪੈਸੇ ਪਏ ਨੇ। ਉਹ ਦੱਸਣ ਲੱਗ ਜਾਂਦਾ। ਅਖੀਰ ਮਰਨ ਵੇਲੇ ਵੀ ਉਹਦਾ ਧਿਆਨ ਮਾਇਆ ਵਿੱਚ ਹੀ ਹੈ, ਚੀਜ਼ਾਂ ਵਿੱਚ ਹੀ ਹੈ, ਇਸ ਤੋਂ ਬਿਨਾਂ ਨਹੀਂ ਹੋਰ ਕਿਤੇ। ਸਤਿਗੁਰੂ ਕਹਿੰਦੇ ਮਾਇਆ ਗਲ ਨੂੰ ਐਸੀ ਚੰਬੜੀ ਹੋਈ ਹੈ ਕਿ ਇਹ ਬੰਦੇ ਨੂੰ ਛੱਡਦੀ ਨਹੀਂ, ਇਹ ਬੰਦੇ ਦਾ ਤਿਆਗ ਨਹੀਂ ਕਰਦੀ। ਬੰਦਾ ਤਿਆਗ ਜਾਂਦਾ ਹੈ ਜੀਵਨ ਨੂੰ, ਪਰ ਇਹ ਮਾਇਆ ਬੰਦੇ ਦਾ ਤਿਆਗ ਅਖੀਰ ਜਾ ਕੇ ਜਦੋਂ ਤੱਕ ਮੌਤ ਨਹੀਂ ਆਉਂਦੀ ਉਦੋਂ ਤੱਕ ਨਾਲ ਚੰਬੜੀ ਰਹਿੰਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਲਾਗ ਛੁੱਟੋ ਸਤਿਗੁਰ ਕੀ ਪਾਈ। ਜੇ ਛੁੱਟਣਾ ਚਾਹੁੰਦੇ ਹੋ ਇਸ ਮਾਇਆ ਤੋਂ ਤਾਂ ਗੁਰੂ ਦੇ ਚਰਨਾਂ ਨਾਲ ਜੁੜੋ। ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਇਸ ਮਾਇਆ ਤੋਂ ਛੁਟਕਾਰਾ ਮਿਲਦਾ ਹੈ। ਗੁਰੂ ਚਰਨਾਂ ਨਾਲ ਜੁੜੇ ਬਿਨਾਂ ਮਾਇਆ ਤੋਂ ਛੁਟਕਾਰਾ ਨਹੀਂ ਮਿਲਦਾ। ਅਸੀਂ ਫਸੇ ਰਹਿੰਦੇ ਹਾਂ, ਉਲਝੇ ਰਹਿੰਦੇ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ, ਗੁਰੂ ਨਾਲ ਸਾਂਝ ਪਾ, ਫਿਰ ਗੱਲ ਬਣੇਗੀ। ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵੱਜੀ ਵਧਾਈ ਰਹਾਉ। ਐਸੀ ਸੁੰਦਰ ਮਨ ਕੋ ਮੋਹ ਹੈ। ਸਤਿਗੁਰੂ ਕਹਿੰਦੇ ਇਹ ਮਾਇਆ ਐਸੀ ਸੁੰਦਰ ਹੈ ਕਿ ਮਨ ਨੂੰ ਮੋਹ ਲੈਂਦੀ, ਇਹ ਮਨ ਨੂੰ ਮੋਹ ਲੈਂਦੀ ਹੈ। ਮਨ ਮੋਹਿਤ ਹੋ ਜਾਂਦਾ ਹੈ ਰੂਪ ਦੇਖ ਕੇ, ਪੈਸਾ ਦੇਖ ਕੇ, ਚਮਕ ਦਮਕ ਦੇਖ ਕੇ, ਰੁਤਬਾ ਅਹੁਦਾ ਦੇਖ ਕੇ ਮਨ ਕਿਸੇ ਵੀ ਤਰ੍ਹਾਂ ਮੋਹਿਤ ਹੋ ਜਾਂਦਾ ਹੈ। ਇਸ ਲਈ ਮਨ ਨੂੰ ਮੋਹਿਤ ਹੋਣ ਵਾਸਤੇ ਬਸ ਜਰਾ ਜੀ ਵਾਸਨਾ ਦੀ ਲੋੜ ਹੈ। ਜਰਾ ਦੀ ਵਾਸਨਾ, ਵਾਸਨਾ ਹਰ ਬੰਦੇ ਦੇ ਅੰਦਰ ਹੁੰਦੀ ਹੈ ਤੇ ਵਾਸਨਾ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ। ਅੱਜ ਵਾਸਨਾ ਪੈਸੇ ਦੀ ਹੈ ਤੇ ਥੋੜੀ ਦੇਰ ਬਾਅਦ ਫਿਰ ਵਾਸਨਾ ਕਿਸੇ ਹੋਰ ਚੀਜ਼ ਦੀ, ਕਾਮ ਦੀ ਵਾਸਨਾ ਪੈਦਾ ਹੋ ਜਾਏਗੀ, ਉਹ ਨਹੀਂ ਹੋਵੇਗੀ। ਕੁਝ ਖਾਣ ਦੀ ਵਾਸਨਾ ਹੋ ਜਾਏਗੀ, ਉਹ ਨਹੀਂ ਹੋਵੇਗੀ ਤਾਂ ਧਨ ਦੀ ਵਾਸਨਾ ਹੋ ਜਾਏਗੀ, ਉਹ ਨਹੀਂ ਹੋਵੇਗੀ ਤਾਂ ਮਾਣ ਵਡਿਆਈ ਇੱਜ਼ਤ ਦੀ ਵਾਸਨਾ ਹੋਵੇਗੀ, ਉਹ ਨਹੀਂ ਹੋਵੇਗੀ ਤਾਂ ਰੁਤਬੇ ਦੀ ਵਾਸਨਾ ਹੋਵੇਗੀ। ਵਾਸਨਾ ਬਦਲਦੀ ਰਹਿੰਦੀ ਹੈ ਕਿਉਂਕਿ ਇੱਕ ਚੀਜ਼ ਮਿਲ ਗਈ ਹੁਣ ਦੂਸਰੀ, ਦੂਸਰੀ ਮਿਲ ਗਈ ਫਿਰ ਤੀਸਰੀ, ਤੀਸਰੀ ਮਿਲ ਗਈ ਫਿਰ ਚੌਥੀ, ਇਸ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ ਲਗਾਤਾਰ। ਸਤਿਗੁਰੂ ਕਹਿੰਦੇ ਇਹ ਮਨ ਨੂੰ ਮੋਹਦੀ ਰਹਿੰਦੀ ਵਾਰ-ਵਾਰ, ਮਨ ਇਹਦੇ ਵਿੱਚ ਜਕੜਿਆ ਰਹਿੰਦਾ ਪੂਰੀ ਤਰ੍ਹਾਂ। ਐਸੀ ਸੁੰਦਰ ਮਨ ਕੋ ਮੋਹ ਹੈ, ਬਾਟ ਘਾਟ ਗ੍ਰਹਿ ਬਨ ਬਨ ਜੋ ਹੈ। ਕੋਈ ਬੰਦਾ ਕਿਸੇ ਸਫ਼ਰ ਵਿੱਚ ਹੈ ਤਾਂ ਉੱਥੇ ਵੀ ਉਹ ਮੋਹਿਆ ਜਾ ਸਕਦਾ ਹੈ। ਘਾਟ, ਉਹ ਕਿਸੇ ਘਾਟ ਦੇ ਕਿਨਾਰੇ, ਸਮੁੰਦਰ ਦੇ ਕਿਨਾਰੇ ਬੈਠਾ ਹੈ, ਕਿਸੇ ਨਦੀ ਦੇ ਕਿਨਾਰੇ, ਉੱਥੇ ਵੀ ਮੋਹਿਆ ਜਾ ਸਕਦਾ ਹੈ। ਤੇ ਉਹ ਆਪਣੇ ਘਰ ਵਿੱਚ ਹੈ, ਘਰ ਵਿੱਚ ਵੀ ਮੋਹਿਤ ਹੈ। ਵਨ ਵਿੱਚ, ਜੰਗਲ ਵਿੱਚ ਚਲਿਆ ਜਾਵੇ ਉੱਥੇ ਵੀ ਮੋਹਿਤ। ਸਤਿਗੁਰੂ ਕਹਿੰਦੇ ਕਿਤੇ ਵੀ ਚਲਿਆ ਜਾਵੇ ਮਾਇਆ ਹਰ ਥਾਂ ਬੰਦੇ ਨੂੰ ਮੋਹ ਲੈਂਦੀ, ਹਰ ਜਗ੍ਹਾ, ਹਰ ਥਾਂ। ਇਸ ਲਈ ਮਨ ਦੇ ਉੱਪਰ ਜਦ ਤੱਕ ਵਾਸਨਾ ਦਾ ਅਸਰ ਹੈ ਤਦੋਂ ਤੱਕ ਅਸੀਂ ਜਿਹੜੀ ਜਗ੍ਹਾ ਮਰਜ਼ੀ ਚਲੇ ਜਾਈਏ,
ਅਸੀਂ ਗ੍ਰਸਤ ਹੀ ਰਵਾਂਗੇ ਇਹਦੇ ਵਿੱਚ, ਇਹਦੇ ਤੋਂ ਮੁਕਤ ਨਹੀਂ ਹੋਵਾਂਗੇ। ਮਨ ਤਨ ਲਾਗੈ ਹੋਏ ਕੈ ਮੀਠੀ। ਮਨ ਨੂੰ ਤਨ ਨੂੰ ਸਤਿਗੁਰੂ ਕਹਿੰਦੇ ਬੜੀ ਮਿੱਠੀ ਹੋ ਕੇ ਲੱਗਦੀ, ਬੜੀ ਮਿੱਠੀ ਹੋ ਕੇ ਮਿਲਦੀ। ਮਾਇਆ ਬੜੀ ਮਿੱਠੀ ਲੱਗਦੀ, ਬੜੀ ਪਿਆਰੀ ਲੱਗਦੀ ਹੈ। ਮਨ ਤਨ ਲਾਗੈ ਹੋਏ ਕੈ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡੀਠੀ। ਗੁਰੂ ਦੀ ਕਿਰਪਾ ਨਾਲ ਮੈਂ ਦੇਖ ਲਿਆ ਕਿ ਇਹ ਮਾਇਆ ਤਾਂ ਬੜੀ ਖੋਟੀ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਨਜ਼ਰ ਆਇਆ। ਗੁਰੂ ਦੀ ਕਿਰਪਾ ਤੋਂ ਬਿਨਾਂ ਸਾਨੂੰ ਦਿਸਦਾ ਨਹੀਂ, ਗੁਰੂ ਦੀ ਰਹਿਮਤ ਤੋਂ ਬਿਨਾਂ ਅਸੀਂ ਲੋਕ ਦੇਖ ਨਹੀਂ ਪਾਉਂਦੇ। ਅੰਨੇ ਇਸੇ ਕਰਕੇ ਤਾਂ ਸਤਿਗੁਰੂ ਨੇ ਕਿਹਾ ਕਿ ਬੰਦਾ ਅੰਨਾ ਹੈ, ਕਿਉਂਕਿ ਮਾਇਆ ਦੇ ਵਿੱਚ ਇਹਨੂੰ ਮਾਇਆ ਤੋਂ ਬਿਨਾਂ ਹੋਰ ਕੁਝ ਦਿਸਦਾ ਨਹੀਂ। ਮਾਇਆ ਧਾਰੀ ਅਤ ਅੰਨਾ ਬੋਲਾ। ਸਤਿਗੁਰੂ ਕਹਿੰਦੇ ਅੰਨਾ ਹੈ ਤੇ ਕੰਨਾਂ ਤੋਂ ਬਹਿਰਾ ਹੈ, ਜ਼ੁਬਾਨ ਤੋਂ ਗੂੰਗਾ, ਇਹਨੂੰ ਹੋਰ ਕੁਝ ਨਹੀਂ ਸੁਣਦਾ, ਇਹਨੂੰ ਹੋਰ ਕੁਝ ਨਹੀਂ ਦਿਸਦਾ, ਇਹਨੂੰ ਹੋਰ ਕੁਝ ਸਮਝ ਨਹੀਂ ਆਉਂਦਾ। ਸਿਰਫ ਉਹੀ ਚੀਜ਼ ਇੱਕ ਸਮਝ ਆਉਂਦੀ ਹੈ ਜਿਹਦੇ ਵੱਲ ਨੂੰ ਇਹ ਮੋਹਿਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਵੇਖ ਲਿਆ ਕਿ ਇਹ ਤਾਂ ਬੜੀ ਖੋਟੀ ਹੈ, ਇਹਦੇ ਵਿੱਚ ਬੜੀ ਖੋਟ ਭਰੀ ਹੈ। ਗੁਰਪ੍ਰਸਾਦ ਮੈਂ ਖੋਟੀ ਡੀਠੀ, ਅਗਰਕ ਇਸਕੇ ਵੱਡੇ ਠਗਾਊ। ਇਸ ਮਾਇਆ ਦੇ ਅੱਗੇ ਸਤਿਗੁਰੂ ਕਹਿੰਦੇ ਬੜੇ ਠਗਾਊ ਨੇ, ਇਹਦੇ ਮਾਇਆ ਦੇ ਅੱਗੇ ਤੁਰਨ ਵਾਲੇ ਲੋਕ ਕੌਣ ਨੇ? ਕਾਮ ਕ੍ਰੋਧ ਮਾਇਆ ਦੇ ਅੱਗੇ ਅੱਗੇ ਤੁਰਦੇ ਨੇ, ਇਹਦੇ ਚੌਧਰੀ ਬਣ ਕੇ, ਇਹਦੇ ਮੁਸਾਹਬ ਬਣ ਕੇ। ਜਿਵੇਂ ਕੋਈ ਮੰਤਰੀ ਆਉਂਦਾ ਤਾਂ ਉਹਦੇ ਅੱਗੇ ਕੁਛ ਪਹਿਲਾਂ 2-4 ਬੰਦੇ ਆਉਂਦੇ ਨੇ ਨਾ, ਫਿਰ ਪਿੱਛੇ ਆਉਂਦਾ ਉਹ। ਮਾਇਆ ਐਸੀ ਹੈ, ਮਾਇਆ ਦੇ ਅੱਗੇ ਕਾਮ ਕ੍ਰੋਧ ਲੋਭ ਮੋਹ ਵਿਕਾਰ ਈਰਸ਼ਾ ਨਿੰਦਾ ਚੁਗਲੀ, ਇਹ ਮਾਇਆ ਦੇ ਮੋਹਰੇ ਮੋਹਰੇ ਨੇ, ਮਾਇਆ ਇਹਨਾਂ ਦੇ ਪਿੱਛੇ ਛਿਪੀ ਹੋਈ। ਸਤਿਗੁਰੂ ਕਹਿੰਦੇ ਅਗਰਕ ਇਸਕੇ ਉਸਕੇ ਵੱਡੇ ਠਗਾਊ। ਵੱਡੇ ਠੱਗ ਨੇ ਇਹ ਜਿਹੜੇ ਇਹਦੇ ਮੋਹਰੇ ਮੋਹਰੇ ਨੇ। ਕਾਮ ਦੇ ਕੋਲੋਂ ਅਸੀਂ ਰੋਜ਼ ਠੱਗੇ ਜਾਂਦੇ ਹਾਂ, ਕ੍ਰੋਧ ਸਾਨੂੰ ਰੋਜ਼ ਠੱਗ ਲੈਂਦਾ। ਕ੍ਰੋਧ ਖਿਆਲ ਰੱਖਣਾ ਕਿ ਸਾਨੂੰ ਕਈ ਵਾਰੀ ਐਵੇਂ ਬਿਨਾਂ ਗੱਲ ਤੋਂ ਵੀ ਗੁੱਸਾ ਆ ਜਾਂਦਾ, ਕ੍ਰੋਧ ਆ ਜਾਂਦਾ ਬਿਨਾਂ ਕਾਰਨ ਤੋਂ। ਕੋਈ ਬਹੁਤੀ ਵੱਡੀ ਗੱਲ ਨਹੀਂ ਸੀ, ਬੱਚੇ ਨੇ ਕੁਛ ਜ਼ਰਾ ਜੀ ਗਲਤੀ ਕੀਤੀ, ਕ੍ਰੋਧ ਆ ਗਿਆ। ਜਦ ਕਿ ਸਾਨੂੰ ਇਹ ਚੇਤਾ ਭੁੱਲ ਜਾਂਦਾ ਕਿ ਬੱਚੇ ਦਾ ਸੁਭਾਅ ਐਸਾ ਹੈ ਕਿ ਉਹਨੇ ਸ਼ਰਾਰਤ ਕਰਨੀ ਕਰਨੀ ਹੈ, ਕਿਉਂਕਿ ਉਹਦੇ ਵਾਸਤੇ ਹਰ ਚੀਜ਼ ਨਵੀਂ ਹੈ। ਸਾਡੇ ਵਾਸਤੇ ਕੁਝ ਵੀ ਨਵਾਂ ਨਹੀਂ ਹੈ, ਸਾਡੇ ਲਈ ਹਰ ਚੀਜ਼ ਪੁਰਾਣੀ ਹੋ ਗਈ, ਬੱਚੇ ਲਈ ਹਰ ਚੀਜ਼ ਨਵੀਂ ਹੈ। ਇਸ ਲਈ ਉਹ ਉਸ ਚੀਜ਼ ਨੂੰ ਦੇਖ ਕੇ ਐਕਸਾਈਟ ਹੋਵੇਗਾ ਹੀ, ਉਹਦੇ ਅੰਦਰ ਰੋਮਾਂਚ ਪੈਦਾ ਹੁੰਦਾ ਹੈ ਉਸ ਨਵੀਂ ਚੀਜ਼ ਨੂੰ ਦੇਖ ਕੇ, ਕੁਝ ਵੀ ਚੀਜ਼। ਤੇ ਸਾਨੂੰ ਇਹ ਗੱਲ ਦੇਖ ਕੇ ਬਰਦਾਸ਼ਤ ਨਹੀਂ ਹੁੰਦੀ, ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ, ਤੇ ਅਸੀਂ ਉਹਨੂੰ ਝਿੜਕਦੇ ਹਾਂ, ਉਹਨੂੰ ਮਾਰਦੇ ਹਾਂ। ਬਹੁਤ ਕੁਝ ਸਾਡੇ ਘਰਾਂ ਵਿੱਚ ਐਸਾ ਹੀ ਹੁੰਦਾ ਹੈ, ਅਸੀਂ ਖਾਮ ਖਾ ਕ੍ਰੋਧ ਕਰਦੇ ਹਾਂ। ਸੁਭਾਵਿਕ ਹੈ ਕਿ ਕੋਈ ਚੀਜ਼ ਤੁਹਾਡੇ ਹੱਥ ਵਿੱਚੋਂ ਡਿੱਗ ਕੇ ਟੁੱਟ ਗਈ, ਤੁਹਾਡੇ ਹੱਥੋਂ ਨਾ ਡਿੱਗਦੀ ਕਿਸੇ ਹੋਰ ਦੇ ਹੱਥੋਂ ਡਿੱਗ ਜਾਂਦੀ ਤਾਂ ਵੀ ਟੁੱਟਣਾ ਹੀ ਸੀ, ਕਿਉਂਕਿ ਜਿਹੜੀ ਟੁੱਟਣ ਵਾਲੀ ਚੀਜ਼ ਹੈ ਟੁੱਟ ਗਈ ਤਾਂ ਟੁੱਟ ਗਈ, ਬਸ ਕੀ ਹੋ ਗਿਆ, ਹੁਣ ਕੀ ਕੀਤਾ ਜਾ ਸਕਦਾ? ਕੁਝ ਵੀ ਨਹੀਂ। ਪਰ ਇਸ ਗੱਲ ਉੱਤੇ ਕਈ ਘਰਾਂ ਵਿੱਚ ਬਹੁਤ ਵੱਡਾ ਕਲੇਸ਼ ਹੋ ਜਾਂਦਾ, ਮਾਮੂਲੀ ਦੀ ਗੱਲ ਤੇ। ਜਰਾ ਜਿਹਾ ਇੱਕ ਭਾਂਡਾ ਡਿੱਗ ਪਿਆ, ਟੁੱਟਾ ਨਹੀਂ, ਕੋਈ ਸਟੀਲ ਦਾ ਸੀ, ਟੁੱਟਾ ਨਹੀਂ, ਬਸ ਡਿੱਗ ਪਿਆ ਤੇ ਡਿੱਗਣ ਦੀ ਆਵਾਜ਼ ਆਈ ਤੇ ਉਸ ਆਵਾਜ਼ ਤੇ ਹੀ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਨੂੰ ਦਿਸਦਾ ਨਹੀਂ, ਅੰਨੇ ਹੋ ਤੁਸੀਂ, ਭਾਂਡੇ ਸੁੱਟੀ ਜਾਂਦੇ, ਇੰਨੀ ਕੁ ਗੱਲ ਤੋਂ ਹੀ। ਇਸ ਲਈ ਸਤਿਗੁਰੂ ਕਹਿੰਦੇ ਇਹ ਕਾਮ ਕ੍ਰੋਧ ਇਹ ਮਾਇਆ ਦੇ ਅੱਗੇ ਵੱਡੇ ਠੱਗ ਨੇ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਰੋਜ਼ ਇਹਨਾਂ ਦੇ ਹੱਥੋਂ ਠੱਗਿਆ ਜਾਂਦਾ, ਰੋਜ਼ ਠੱਗਿਆ ਜਾਂਦਾ ਤੇ ਕਦੇ ਜਾਣ ਹੀ ਨਹੀਂ ਪਾਉਂਦਾ। ਈਰਸ਼ਾ ਅਸੀਂ ਰੋਜ਼ ਕਰੀ ਜਾਂਦੇ, ਨਿੰਦਾ ਅਸੀਂ ਰੋਜ਼ ਕਰੀ ਜਾਂਦੇ, ਚੁਗਲੀ ਅਸੀਂ ਰੋਜ਼ ਕਰੀ, ਸਾਨੂੰ ਪਤਾ ਹੀ ਨਹੀਂ ਚੱਲਦਾ, ਬਿਨਾਂ ਗੱਲ ਤੋਂ ਹੀ ਖਾਮ ਖਾ ਈਰਸ਼ਾ ਕਿ ਜੀ ਮੈਨੂੰ ਫਲਾਣੇ ਬੰਦੇ ਨੇ ਕਿਹਾ ਨਹੀਂ, ਮੈਨੂੰ ਬੁਲਾਇਆ ਨਹੀਂ, ਬਸ ਇਸੇ ਗੱਲ ਤੋਂ ਮੇਰੇ ਕੋਲੋਂ ਦੀ ਲੰਘ ਗਿਆ ਮੂੰਹ ਪਰੇ ਕਰਕੇ, ਮੈਨੂੰ ਸਤਿ ਸ੍ਰੀ ਅਕਾਲ ਨਹੀਂ ਕਹੀ, ਬਸ ਇੰਨੀ ਕੁ ਗੱਲ ਤੋਂ ਹੀ ਕ੍ਰੋਧ। ਅਸੀਂ ਰੋਜ਼ ਠੱਗੇ ਜਾਂਦੇ ਹਾਂ ਇਸ ਮਾਇਆ ਦੇ ਹੱਥੋਂ ਕਿ ਪਾਰਟੀ ਰੱਖੀ ਤੇ ਮੈਨੂੰ ਚੰਗੀ ਤਰ੍ਹਾਂ ਸੁਨੇਹਾ ਨਹੀਂ ਦਿੱਤਾ, ਮੈਂ ਕੱਲ ਹੀ ਜਾਵਾਂ ਉਹਨਾਂ ਦੀ ਪਾਰਟੀ ਵਿੱਚ, ਚੰਗੀ ਤਰ੍ਹਾਂ ਨਹੀਂ ਕਿਹਾ। ਹੁਣ ਚੰਗੀ ਤਰ੍ਹਾਂ ਕਿਵੇਂ ਕਵੇ ਬੰਦਾ?
ਚੰਗੀ ਤਰ੍ਹਾਂ ਕਿਵੇਂ ਕਵੇ? ਮੇਰੇ ਨਾਲ ਵਾਪਰਿਆ, ਮੇਰੇ ਬੱਚੇ ਦਾ ਪਹਿਲਾ ਜਨਮ ਦਿਨ, ਮੈਂ ਕਿਸੇ ਨੂੰ ਬੁਲਾਇਆ ਕਿ ਭਾਈ ਤੁਸੀਂ ਆਇਓ, ਉਹ ਆਏ ਨਹੀਂ। 2-4 ਦਿਨਾਂ ਬਾਅਦ ਮੈਨੂੰ ਕਿਤੇ ਮਿਲੇ ਤੇ ਮੈਂ ਪੁੱਛਿਆ, ਮੈਂ ਕਿਹਾ ਜੀ ਤੁਸੀਂ ਆਏ ਨਹੀਂ? ਕਹਿੰਦੇ ਤੁਸੀਂ ਮੈਨੂੰ ਸਹੀ ਤਰ੍ਹਾਂ ਨਹੀਂ ਸੀ ਕਿਹਾ। ਮੈਂ ਕਿਹਾ ਜੀ ਸਹੀ ਤਰ੍ਹਾਂ ਕਿਵੇਂ ਕਹੀਦਾ? ਕਹਿੰਦੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਤੁਹਾਡਾ ਪ੍ਰੋਗਰਾਮ ਕੀ ਹੈ ਕੀ। ਮੈਂ ਕਿਹਾ ਜੀ ਮੈਂ ਤੁਹਾਨੂੰ ਕਿਹਾ ਕਿ ਇੰਨੇ ਵਜੇ ਆ ਜਾਓ, ਵੀ ਇੰਨੇ ਵਜੇ ਬਸ। ਉਹ ਕਹਿੰਦੇ ਜੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਕਹਿੰਦੇ ਤਾਂ ਮੈਂ ਆਉਂਦਾ। ਹੁਣ ਚੰਗੀ ਤਰ੍ਹਾਂ ਦਾ ਮਤਲਬ ਕੀ? ਇਸ ਲਈ ਖਾਮ-ਖਾ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਮਨ ਵਿੱਚ ਪੈਦਾ ਕਰ ਲੈਂਦੇ ਨੇ, ਜਦ ਕਿ ਕੁਛ ਹੈ ਹੀ ਨਹੀਂ। ਈਰਸ਼ਾ ਵਾਲੀ ਕੋਈ ਗੱਲ ਨਹੀਂ, ਨਫ਼ਰਤ ਵਾਲੀ ਕੋਈ ਗੱਲ ਨਹੀਂ, ਬਸ ਉਹ ਸਾਡਾ ਸੁਭਾਅ ਅਸਲ ਵਿੱਚ ਉਸ ਤਰ੍ਹਾਂ ਦਾ ਹੋ ਗਿਆ। ਇਸ ਕਰਕੇ ਸਾਡੇ ਕੋਲ ਸੁਭਾਵਿਕ ਚੀਜ਼ਾਂ ਹੋ ਜਾਂਦੀਆਂ। ਕ੍ਰੋਧ ਸੁਭਾਵਿਕ ਹੋ ਗਿਆ, ਈਰਸ਼ਾ ਨਫ਼ਰਤ ਸੁਭਾਵਿਕ ਹੋ ਗਈ ਹੈ, ਕਿਸੇ ਦੀ ਚੁਗਲੀ ਕਰਨੀ, ਨਿੰਦਾ ਕਰਨੀ, ਉਹ ਸੁਭਾਅ ਬਣ ਗਿਆ ਸਾਡਾ। ਹੁਣ ਉਹ ਹੁਣ ਸਾਨੂੰ ਗਲਤ ਲੱਗਦਾ ਨਹੀਂ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਇਸ ਮਾਇਆ ਦੇ ਅੱਗੇ ਵੱਡੇ ਠੱਗ ਨੇ ਜਿਹੜੇ ਬੰਦੇ ਨੂੰ ਰੋਜ਼ ਠੱਗ ਲੈਂਦੇ ਨੇ। ਛੋੜੈ ਨਾਹੀਂ ਬਾਪ ਨਾ ਮਾਊ। ਮਾਇਆ ਦੇ ਵਿੱਚ ਫਸਿਆ ਬੰਦਾ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖਸ਼ਦਾ, ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖਸ਼ਦਾ। ਗੁਰੂ ਸਾਹਿਬ ਦੇ ਹਜ਼ੂਰ ਇੱਕ ਆਦਮੀ ਆਇਆ, ਗੁਰੂ ਅਮਰਦਾਸ ਮਹਾਰਾਜ ਦੇ ਹਜ਼ੂਰ ਆਇਆ ਸਿੱਖ। ਆ ਕੇ ਉਹਨੇ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਤਾਂ ਗੁਰੂ ਸਾਹਿਬ ਨੇ ਆਖਿਆ ਕਿ ਤੂੰ ਕੰਮ ਕੀ ਕਰਦਾ ਹੈ ਭਾਈ? ਕਹਿੰਦਾ ਜੀ ਮੈਂ ਸੁਨਿਆਰਾ। ਸਤਿਗੁਰੂ ਕਹਿੰਦੇ ਚਲੋ ਵਧੀਆ ਗੱਲ ਹੈ, ਆਪਣਾ ਕਾਰਜ ਕਰੋ, ਪਰਮਾਤਮਾ ਤੁਹਾਡਾ ਕਲਿਆਣ ਕਰੇਗਾ। ਤੁਹਾਡੀ ਕਿਰਤ ਇਮਾਨਦਾਰੀ ਦੀ ਹੋਵੇ, ਤੁਹਾਡੀ ਕਿਰਤ ਇਮਾਨਦਾਰੀ ਦੀ ਹੋਵੇ। ਪਰਮੇਸ਼ਰ ਦੀ ਸਿਫਤ ਸਲਾਹ ਕਰੋ, ਕੀਰਤੀ ਕਰੋ, ਪਰਮੇਸ਼ਰ ਤੁਹਾਡਾ ਭਲਾ ਕਰੂ, ਕਲਿਆਣ ਕਰੂ। ਸਤਿਗੁਰੂ ਕਹਿੰਦੇ ਤੁਹਾਡੀ ਕਿਰਤ ਵਿੱਚ ਇਮਾਨਦਾਰੀ ਹੈ? ਉਹਦੀ ਕਿਰਤ ਵਿੱਚ ਇਮਾਨਦਾਰੀ ਨਹੀਂ ਸੀ, ਪਰ ਗੁਰੂ ਦੇ ਸਾਹਮਣੇ ਉਹ ਇਮਾਨਦਾਰ ਹੋ ਗਿਆ। ਉਸਨੇ ਕਿਹਾ ਸੱਚੇ ਪਾਤਸ਼ਾਹ ਅਸੀਂ ਸੁਨਿਆਰੇ ਹਾਂ, ਤੇ ਜੇ ਕੋਈ ਸਾਡਾ ਆਪਣਾ ਭੈਣ ਭਾਈ ਵੀ ਸਾਡੇ ਕੋਲੋਂ ਗਹਿਣਾ ਕਢਾਉਣ ਆਵੇ ਨਾ, ਅਸੀਂ ਉਹਦੇ ਵਿੱਚੋਂ ਵੀ ਕਾਟ ਕੱਟ ਲੈਂਦੇ ਹਾਂ। ਕੋਈ ਸਾਡਾ ਆਪਣਾ ਸਕਾ ਵੀ ਆਵੇ ਨਾ, ਮਾਂ ਵੀ ਆਵੇ, ਬਾਪ ਵੀ ਆਵੇ, ਸਾਡਾ ਸੁਭਾਅ ਐਸਾ ਬਣ ਗਿਆ ਕਿ ਅਸੀਂ ਉਹਦੇ ਵਿੱਚੋਂ ਵੀ ਥੋੜਾ ਬਹੁਤ ਸੋਨਾ ਲਾ ਲੈਂਦੇ ਹਾਂ। ਸਤਿਗੁਰੂ ਕਹਿੰਦੇ ਫਿਰ ਤੇਰਾ ਕਲਿਆਣ ਕਿਵੇਂ ਹੋਵੇਗਾ? ਤੂੰ ਬੇਨਤੀ ਕਰ ਰਿਹਾ ਕਲਿਆਣ ਵਾਸਤੇ। ਸਤਿਗੁਰੂ ਕਹਿੰਦੇ ਇਵੇਂ ਭਲਾ ਨਹੀਂ ਹੁੰਦਾ। ਜਦ ਤੱਕ ਤੁਸੀਂ ਇਹ ਮਾੜਾ ਕੰਮ ਨਹੀਂ ਨਾ ਛੱਡਦੇ, ਇਹ ਇਸ ਤਰ੍ਹਾਂ ਬੇਈਮਾਨੀ ਕਰਨਾ ਨਹੀਂ ਛੱਡਦੇ, ਉਦੋਂ ਤੱਕ ਕਦੇ ਤਰੱਕੀ ਨਹੀਂ ਹੁੰਦੀ, ਉਦੋਂ ਤੱਕ ਕਦੇ ਸੁੱਖ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਮਾਏ ਬਾਪ ਨੂੰ ਵੀ ਨਹੀਂ ਬਖਸ਼ਦਾ ਬੰਦਾ। ਛੋੜੈ ਨਾਹੀਂ ਬਾਪ ਨਾ ਮਾਊ। ਨਾ ਮਾਂ ਨੂੰ ਨਾ ਬਾਪ ਨੂੰ। ਮਾਇਆ ਵਿੱਚ ਫਸਿਆ ਬੰਦਾ ਕਿਸੇ ਦਾ ਤਿਆਗ ਨਹੀਂ ਕਰਦਾ, ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਮੇਲੀ ਆਪਣੇ ਉਨਲੇ ਬੰਨ੍ਹਦੇ। ਜਿਹੜਾ ਮਾਇਆ ਨਾਲ ਮੇਲ ਕਰਦਾ ਨਾ, ਉਹ ਆਪਣੇ ਮੇਲੀਆਂ ਨੂੰ ਵੀ ਬੰਨ੍ਹ ਲੈਂਦਾ। ਉਹ ਆਪਣੇ ਰਿਸ਼ਤੇਦਾਰਾਂ, ਭੈਣ ਭਰਾਈਆਂ, ਭਰਾਵਾਂ, ਆਪਣੇ ਮਿੱਤਰਾਂ ਨਾਲ ਵੀ ਧੋਖਾ ਕਰ ਜਾਂਦਾ ਮਾਇਆ ਦੀ ਖਾਤਰ। ਸਤਿਗੁਰੂ ਕਹਿੰਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਗੁਰੂ ਦੀ ਕਿਰਪਾ ਨਾਲ ਮੈਂ ਸਾਰਿਆਂ ਨੂੰ ਸਾਧ ਲਿਆ। ਗੁਰੂ ਦੀ ਕਿਰਪਾ ਨਾਲ ਮੈਂ ਮਾਇਆ ਨੂੰ ਸਾਧ ਲਿਆ, ਤੇ ਮਾਇਆ ਦੇ ਠੱਗ, ਕਾਮ, ਕ੍ਰੋਧ ਇਹਨਾਂ ਨੂੰ ਵੀ ਸਾਧ ਲਿਆ। ਹੁਣ ਨਹੀਂ ਮੈਂ ਇਹਨਾਂ ਦੇ ਅਧੀਨ ਫਸਦਾ। ਅਬ ਮੋਰੈ ਮਨ ਭਇਆ ਆਨੰਦ। ਹੁਣ ਮੇਰੇ ਮਨ ਵਿੱਚ ਆਨੰਦ ਹੀ ਆਨੰਦ ਹੈ। ਹੁਣ ਸੁੱਖ ਹੀ ਸੁੱਖ ਹੈ। ਭਉ ਚੂਕਾ ਟੂਟੇ ਸਭ ਫੰਦ। ਹੁਣ ਮਨ ਵਿੱਚ ਮਾਇਆ ਦਾ ਡਰ ਮਿਟ ਗਿਆ, ਭਉ ਮਿਟ ਗਿਆ, ਤੇ ਮਾਇਆ ਦੇ ਸਭ ਬੰਧਨ, ਮਾਇਆ ਦੇ ਸਭ ਫਾਹੇ ਕੱਟੇਗਾ। ਕਹੋ ਨਾਨਕ ਜਾਂ ਸਤਿਗੁਰ ਪਾਇਆ। ਸਤਿਗੁਰੂ ਕਹਿੰਦੇ ਹੁਣ ਜਦੋਂ ਗੁਰੂ ਮਿਲ ਪਿਆ, ਘਰ ਸਗਲਾ ਮੈਂ ਸੁਖੀ ਵਸਾਇਆ। ਹੁਣ ਮੇਰਾ ਘਰ ਸੁਖੀ ਵਸਿਆ। ਜਦੋਂ ਇਹ ਮਾਇਆ ਤੋਂ ਅਸੀਂ ਮੁਕਤ ਹੋ ਗਏ, ਮਾਇਆ ਨੂੰ ਤਿਆਗ ਛੱਡਿਆ, ਉਦੋਂ ਸਾਡਾ ਮਨ, ਸਾਡਾ ਤਨ, ਇਹ ਸਰੀਰ ਸੁਖੀ ਵਸਿਆ। ਤਾਂ ਹੀ ਸਾਨੂੰ ਸੁੱਖ ਦਾ ਸਾਹ ਆਉਂਦਾ ਜਦੋਂ ਮਾਇਆ ਤੋਂ ਮੁਕਤ ਹੁੰਦੇ ਹਾਂ, ਮਾਇਆ ਦੇ ਝਮੇਲਿਆਂ ਤੋਂ ਮੁਕਤ ਹੁੰਦੇ ਹਾਂ। ਸਤਿਗੁਰੂ ਰਹਿਮਤ ਕਰੇ ਕਿ ਸਾਡੇ ਘਰਾਂ ਵਿੱਚ ਵੀ ਇਹ ਸੁੱਖ ਵਸੇ ਅਤੇ ਮਾਇਆ ਦੇ ਝਮੇਲਿਆਂ ਤੋਂ ਮਨ ਮੁਕਤ ਹੋਵੇ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।